श्री वाहिगुरु साहिब जी। तेरे कवन कवन गुण कह कह गावा, तू साहिब गुणी निधाना। तुमरी महिमा बारन न साको, तू ठाकुर ऊच भगवाना। मैं हर हर नाम तर सोई, ज्यों पावै त्यों राख मेरे साहिब। मैं तुझ बिन अबर न कोई, मैं ताण दीवान तू है मेरा स्वामी। मैं तुझ आगे अरदास, मैं होर थाओ नाही। जिस पह करो बेनंती, मेरा दुख सुख तुझ ही पास। जिता जियो पिंड सब तेरा, तू अंतर जामी पुरख भगवान। दासन दास कह जन नानक, जिहा तू कराए तिहा हों करी वखियान। दासन दास कह जन नानक, जिहा तू कराए तिहा हों करी वखियान। बाणी गुरु गुरु है बाणी, बिच बाणी अमृत सारे। गुर बाणी कहै सेवक जन मानै, परतख गुरु निस्तारे। सो कहो टल गुर सेविया, अहनिस सहज सुभाए। दर्शन परसया गुरु का, जन्म मरण दुख जाए। होवै सिफत खसामदी, नूर अरसोह करसोह झटिया। तुद डिठे सचे पातशाह, मल जन्म जन्म दी कटिया। सज्जन सच्चा पातशाह, सिर साहांदा साहो। जिस पास बैठिया सोहिया, सबना दा बेसाहो। सतनाम। श्री वाहिगुरु साहिब जी। तृतीया आए सुरसरी, तह कौतक चलत पया। सब मोही देख दर्शन, गुर संत
ਕਿਨੈ ਆੜ ਨਾ ਦਾਮ ਲਿਆ। ਤ੍ਰਿਤੀਆ ਆਏ ਸੁਰਸਰੀ ਤਹ ਕੌਤਕ ਚਲਤ ਭਇਆ। ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਿਨੈ ਆੜ ਨਾ ਦਾਮ ਲਿਆ। ਆੜ ਦਾਮ ਕਿਛ ਪਿਆ ਨ ਬੋਲਕ ਜਾਗਾਤੀਆ ਮੋਹਣ ਮੁੰਦਨ ਭਈ। ਭਾਈ ਹਮ ਕਰਹਿ ਕਿਆ ਕਿਸ ਪਾਸ ਮੰਗਹਿ। ਸਭ ਭਾਗ ਸਤਿਗੁਰ ਪਿਛੈ ਪਈ। ਜਾਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿਠਾ। ਭਨ ਬੋਲ ਕਾ ਸਭ ਉਠ ਗਿਆ। ਤ੍ਰਿਤੀਆ ਆਏ ਸੁਰਸਰੀ ਤਹ ਕੌਤਕ ਚਲਤ ਭਇਆ। ਮਿਲ ਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਹੀ। ਗੁਰ ਸਤਿਗੁਰ ਗੁਰ ਗੋਬਿੰਦ ਪੁੱਛ ਸਿਮਰਤ ਕੀਤਾ ਸਹੀ। ਸਿਮਰਤ ਸ਼ਾਸਤਰ ਸਭਨੀ ਸਹੀ ਕੀਤਾ। ਸੁਖ ਪ੍ਰਹਲਾਦ ਸ਼੍ਰੀ ਰਾਮ ਕਰ ਗੁਰ ਗੋਬਿੰਦ ਧਿਆਇਆ। ਦੇਹੀ ਨਗਰ ਕੋਟ ਪੰਚ ਚੋਰ ਵਟਵਾਰੇ। ਤਿਨ ਕਾ ਥਾਉ ਥਿਹੋ ਗਵਾਇਆ। ਕੀਰਤਨ ਪੁਰਾਣ ਨਿਤ ਪੁੰਨ ਹੋਵਹਿ। ਗੁਰ ਬਚਨ ਨਾਨਕ ਹਰ ਭਗਤ ਲਹੀ। ਮਿਲ ਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਹੀ। ਕੀਰਤਨ ਪੁਰਾਣ ਨਿਤ ਪੁੰਨ ਹੋਵਹਿ। ਗੁਰ ਬਚਨ ਨਾਨਕ ਹਰ ਭਗਤ ਲਹੀ। ਮਿਲ ਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਮਰੱਥ ਗੁਰੂ ਸਰਬ ਸ਼ਕਤੀਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ
ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ। ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਤੁਖਾਰੀ ਰਾਗ ਦੇ ਵਿੱਚੋਂ ਆਪ ਸੰਗਤਾਂ ਸਰਵਣ ਕਰਦੀਆਂ ਆ ਰਹੀਆਂ ਹਨ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਬਦ ਸੰਤਾਂ ਦੀ ਵਿਚਾਰ ਚੱਲ ਰਹੀ ਹੈ। ਜਿਸ ਪਾਵਨ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰਦੀਆਂ ਆ ਰਹੀਆਂ ਹਨ, ਇਸ ਪਾਵਨ ਸ਼ਬਦ ਦੇ ਨਾਲ ਜੋ ਇਤਿਹਾਸਕ ਘਟਨਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ, ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤੀਰਥ ਯਾਤਰਾਵਾਂ 'ਤੇ ਗਏ, ਲੁਕਾਈ ਨੂੰ ਜਾ ਕੇ ਉਪਦੇਸ਼ ਦੇਣਾ ਕੀਤਾ ਤੇ ਉੱਥੋਂ ਦੀ ਜਿਹੜੇ ਅਹਿਮ ਘਟਨਾ ਵਾਪਰੀਆਂ, ਉਹਨਾਂ ਘਟਨਾਵਾਂ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵਰਣਨ ਕੀਤਾ ਹੈ। ਕੱਲ੍ਹ ਵਾਲੀ ਵਿਚਾਰ ਚਾਪ ਜੀ ਨੇ ਸਰਵਣ ਕੀਤਾ ਸੀ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਮਨਾ, ਜਿਹੜਾ ਹਿੰਦੂਆਂ ਦਾ ਨਦੀ ਹੈ, ਤੀਰਥ ਮੰਨਿਆ ਜਾਂਦਾ ਹੈ, ਉੱਥੇ ਸਤਿਗੁਰੂ ਪਹੁੰਚੇ। ਜਿਹੜੇ ਲੋਕ ਕੇਵਲ ਚੁੱਭੀਆਂ ਲਾਉਣ ਤੱਕ ਹੀ ਸੀਮਤ ਸਨ, ਤੇ ਸਤਿਗੁਰੂ ਮਹਾਰਾਜ ਨੇ ਉੱਥੇ ਜਾ ਕੇ ਹਰੀ ਦਾ ਜਾਪ ਕੀਤਾ ਤੇ ਲੁਕਾਈ ਨੂੰ ਉਪਦੇਸ਼ ਦਿੱਤਾ ਕਿ ਭਾਈ, ਕੱਲੀਆਂ ਚੁੱਭੀਆਂ ਲਾਉਣ ਦੇ ਨਾਲ, ਇਸ਼ਨਾਨ ਕਰਨ ਦੇ ਨਾਲ ਮਨ ਪਵਿੱਤਰ ਨਹੀਂ ਹੋਣਾ, ਮਨ ਨਹੀਂ ਧੋਤਾ ਜਾਣਾ। ਮਨ ਨੂੰ ਧੋਣ ਦੇ ਲਈ ਨਾਮ ਬਾਣੀ ਦਾ ਅਭਿਆਸ ਕਰਨਾ ਪਵੇਗਾ, ਸਿਮਰਨ ਕਰਨਾ ਪਵੇਗਾ। ਜਦੋਂ ਸਤਿਗੁਰੂ ਮਹਾਰਾਜ ਪਹੁੰਚੇ ਨੇ ਤੇ ਜਿਹੜੇ ਉੱਥੋਂ ਵਸੂਲੀਏ ਸਨ, ਜਿਹੜੇ ਟੈਕਸ ਮਾਮਲਾ ਗਰਾਉਂਦੇ ਸਨ, ਉਹਨਾਂ ਨੇ ਸਤਿਗੁਰੂ ਨੂੰ ਖਲੋ ਕੇ ਨਮਸਕਾਰਾਂ ਕੀਤੀਆਂ, ਸਜਦਾ ਕੀਤਾ। ਸਜਦਾ ਕਰਨ ਉਪਰੰਤ ਕੋਈ ਸਤਿਗੁਰਾਂ ਤੋਂ ਟੈਕਸ ਨਹੀਂ ਲਿਆ, ਮਾਮਲਾ ਨਹੀਂ ਕਰਨਾ ਕੀਤਾ। ਜਿੰਨੇ ਗੁਰੂ ਕੇ ਸਿੱਖ ਨਾਲ ਸਨ, ਹੋਰ ਜਿੰਨੀਆਂ ਸੰਗਤਾਂ ਉੱਥੋਂ ਦੇ ਜਿਹੜੇ ਲੋਕ ਸੀ, ਉਹ ਵੀ ਬੜੇ ਉਤਸ਼ਾਹ ਨਾਲ ਕੋਲੋਂ ਲੰਘੇ, ਉਹਨਾਂ ਪਾਸੋਂ ਕੋਈ ਮਾਮਲਾ ਇਤਿਆਦਕ ਨਹੀਂ ਲਿਆ। ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਉੱਥੇ ਉਪਦੇਸ਼ ਦੇਣਾ ਕੀਤਾ ਤੇ ਗੁਰੂ ਸਵਾਰੇ ਗੁਰੂ ਦੇ ਬਚਨ ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਿ ਜਿਵੇਂ ਪ੍ਰਤੱਖ ਤੌਰ 'ਤੇ ਜਿਹੜੇ ਸਰਕਾਰੀ ਵਸੂਲੀਏ ਬਿਠਾਏ ਹੋਏ ਸਨ, ਜਿਹੜੇ ਮਾਮਲਾ ਨਹੀਂ ਟੈਕਸ ਨਹੀਂ ਲੈ ਸਕੇ, ਜਦੋਂ ਜੀਵ ਇਸ ਮਾਤ ਲੋਕ ਤੋਂ ਪਰਲੋਕ ਦੀ ਯਾਤਰਾ ਕਰਦਾ ਹੈ, ਵਾਹਿਗੁਰੂ ਦੇ ਦਰਬਾਰ ਵਿੱਚ ਪਹੁੰਚਦਾ, ਕਹਿੰਦੇ ਧਰਮਰਾਜ ਦੇ ਵਸੂਲੀਏ ਵੀ ਜਿਹੜੇ ਫਿਰ ਉਹ ਵੀ ਉਹਨਾਂ ਗੁਰਮੁਖਾਂ ਤੋਂ, ਨਾਮ ਰਸੀਆਂ ਤੋਂ ਮਾਮਲਾ ਟੈਕਸ ਨਹੀਂ ਲੈ ਸਕਦੇ ਹਨ, ਕਿਉਂਕਿ ਉਹਨਾਂ ਵੱਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਹਨ। ਜਿਹਦੇ ਵੱਲ ਗੁਰੂ ਹੋਵੇ ਨਾ, ਫਿਰ ਉਸ ਜੀਵ ਦਾ ਕੋਈ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਹੈ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਭ ਗੁਰੂ ਗੁਰੂ ਜਗਤ ਬੋਲੇ, ਗੁਰ ਕੈ ਨਾਏ ਲਿਆ ਸਭ ਛੁਟਕ ਗਿਆ।
ਕਹਿੰਦੇ ਭਾਈ ਸਾਰਾ ਜਗਤ ਗੁਰੂ ਗੁਰੂ ਬੋਲਦਾ, ਗੁਰੂ ਗੁਰੂ ਜਪਦਾ ਹੈ। ਗੁਰੂ ਦਾ ਨਾਮ ਲੈ ਕੇ ਸਾਰੇ ਜਗਤ ਦੇ ਜੀਵ ਜਿਹੜੇ ਨੇ ਨਾ, ਉਹ ਜਮਾਂ ਦੀਆਂ ਫਾਹੀਆਂ ਤੋਂ, ਵਿਸ਼ੇ ਵਿਕਾਰਾਂ ਦੀਆਂ ਫਾਹੀਆਂ ਤੋਂ, ਬੰਧਨਾਂ ਤੋਂ ਉਹ ਛੁੱਟ ਗਏ ਹਨ। ਇਸ ਕਰਕੇ ਦੁਤੀਆ ਜਮਨ ਕੇ ਗੁਰ ਹਰ ਹਰ ਜਪਨ ਕੀਆ। ਦੂਜਾ ਤੀਰਥ ਉੱਤੇ ਜਿਹੜਾ ਜਮਨਾ ਤੇ ਸਤਿਗੁਰੂ ਮਹਾਰਾਜ ਪਹੁੰਚੇ ਨੇ, ਉੱਥੇ ਜਾ ਕੇ ਸਤਿਗੁਰੂ ਜੀ ਨੇ ਹਰ ਹਰ ਜਪਿਆ ਤੇ ਆਪ ਵੀ ਜਪਿਆ, ਤੇ ਨਾਲ ਦੇ ਜਿਹੜੇ ਸਿੱਖ ਸਨ, ਸੰਗਤਾਂ ਸਨ, ਉਹਨਾਂ ਨੂੰ ਵੀ ਹਰੀ ਹਰੀ ਜਪਾਣਾ ਕੀਤਾ। ਇਹ ਵਿਚਾਰ ਆਪ ਜੀ ਨੇ ਕੱਲ ਵਾਲੇ ਦੀਵਾਨਾ ਸਰਵਣ ਕੀਤੀ ਸੀ। ਹੁਣ ਸਤਿਗੁਰੂ ਮਹਾਰਾਜ ਅਗਲੇ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤ੍ਰਿਤੀਆ ਆਏ ਸੁਰਸਰੀ ਤਹ ਕੌਤਕ ਚਲਤ ਭਇਆ। ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਿਨੈ ਆੜ ਨਾ ਦਾਮ ਲਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਹਨ। ਕਹਿੰਦੇ ਜਮਨਾ ਤੋਂ ਫਿਰ ਸਤਿਗੁਰੂ ਮਹਾਰਾਜ ਤੀਸਰੇ ਤੀਰਥ ਉੱਤੇ ਗਏ। ਤ੍ਰਿਤੀਆ ਤੋਂ ਬਾਅਦ ਤੀਜਾ ਆਏ ਸੁਰਸਰੀ। ਸੁਰਸਰੀ ਤੋਂ ਭਾਵ ਹੈ ਗੰਗਾ ਨਦੀ। ਜਿਹੜਾ ਹਿੰਦੂ ਮਤ ਦੇ ਵਿੱਚ ਗੰਗਾ ਦੇ ਜਲ ਨੂੰ ਪਵਿੱਤਰ ਮੰਨਿਆ ਗਿਆ। ਪਰ ਜਦੋਂ ਆਪਾਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਆ ਨਾ, ਗੁਰਬਾਣੀ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਗੰਗਾ ਜਲ ਗੋਬਿੰਦ ਨਾਮ, ਕਿ ਗੁਰਸਿੱਖ ਲਈ ਪ੍ਰਭੂ ਦਾ ਜਿਹੜਾ ਨਾਮ ਹੈ ਨਾ, ਬੰਦਗੀ ਹੈ, ਗੋਬਿੰਦ ਦਾ ਨਾਮ, ਉਹਦੇ ਲਈ ਉਹੀ ਗੰਗਾ ਜਲ ਹੈ। ਤੇ ਸਤਿਗੁਰੂ ਅਸਲ ਵਿੱਚ ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਤੀਰਥਾਂ ਉੱਤੇ ਜਾਣ ਦਾ ਪਾਤਸ਼ਾਹ ਜੀ ਦਾ ਮੇਨ ਕਾਰਨ ਇਹ ਸੀ, ਜਿਹੜੇ ਲੋਕ ਭੁੱਲੇ ਭਟਕੇ ਫਿਰਦੇ ਸਨ, ਕੁਰਾਹੇ ਪਏ ਸੀ, ਉਹਨਾਂ ਦੇ ਮਨ 'ਚ ਇਹੀ ਸੀ ਕਿ ਆਪਾਂ ਤੀਰਥਾਂ ਉੱਤੇ ਇਸ਼ਨਾਨ ਕਰ ਲਿਆ, ਹੁਣ ਸਾਡਾ ਸੰਸਾਰ ਵਿੱਚ ਆਇਆ ਸਫਲਾ ਹੋ ਗਿਆ, ਅਸੀਂ ਬੰਧਨਾਂ ਤੋਂ ਮੁਕਤ ਹੋ ਜਾਵਾਂਗੇ। ਪਰ ਸਤਿਗੁਰੂ ਜੀ ਨੇ ਫਿਰ ਸਮਝਾਇਆ ਜਾ ਕੇ ਕਿ ਕੇਵਲ ਤੀਰਥਾਂ ਉੱਤੇ ਇਸ਼ਨਾਨ ਕਰਨ ਨਹਾਉਣ ਦੇ ਨਾਲ ਇਹ ਬੰਦੇ ਕੋਈ ਮੁਕਤ ਨਹੀਂ ਹੁੰਦਾ, ਪਵਿੱਤਰ ਨਹੀਂ ਹੁੰਦਾ ਹੈ। ਮੁਕਤ ਹੋਣ ਦੇ ਲਈ ਨਾਮ ਜਲ ਦੇ ਵਿੱਚ ਇਸ਼ਨਾਨ ਕਰਨਾ ਪਵੇਗਾ। ਜਿੱਥੇ ਉਹ ਤਨ ਦੀ ਚੁੱਭੀ ਲਾਉਂਦੇ ਸਨ ਜਲ ਦੇ ਵਿੱਚ, ਪਾਤਸ਼ਾਹ ਕਹਿੰਦੇ ਤਨ ਦੀ ਚੁੱਭੀ ਲਾਉਣ ਨਾਲ ਗੱਲ ਨਹੀਂ ਬਣਨੀ, ਗੱਲ ਤਾਂ ਮਨ ਦੀ ਚੁੱਭੀ ਲਾਉਣ ਨਾਲ ਗੱਲ ਬਣਨੀ ਹੈ। ਤਨ ਦੀ ਚੁੱਭੀ ਜਿਹੜੀ ਹੈ ਜਲ ਵਿੱਚ ਲਾ ਲਈ, ਤੇ ਮਨ ਦੀ ਚੁੱਭੀ ਜਿਹੜੀ ਹੈ ਨਾਮ ਰੂਪੀ ਜਲ ਵਿੱਚ ਲਾਉਣੀ ਹੈ। ਫਿਰ ਤੇਰਾ ਮਨ ਜਿਹੜਾ ਹੈ ਪਵਿੱਤਰ ਹੋਵੇਗਾ, ਫਿਰ ਮਨ ਧੋਤਾ ਜਾਵੇਗਾ। ਤੇ ਗੁਰੂ ਸਾਹਿਬਾਨ ਜੀ ਨੇ ਇਹੀ ਕਾਰਨ ਸੀ ਕਿ ਪਾਤਸ਼ਾਹ ਜੀ ਨਾ ਤੀਰਥਾਂ ਉੱਤੇ ਪਹੁੰਚੇ, ਤੇ ਤੀਰਥਾਂ ਉੱਤੇ ਜਾ ਕੇ ਪਾਤਸ਼ਾਹ ਨੇ ਭੁੱਲੇ ਭਟਕਿਆਂ ਨੂੰ ਰਾਹ ਪਾਣਾ ਕੀਤਾ। ਇੱਕ ਵਾਹਿਗੁਰੂ ਦੇ ਲੜ ਲਾਇਆ, ਦੱਸਿਆ ਕਿ ਭਾਈ ਰੱਬ ਦੀ ਇਬਾਦਤ ਕਰੋ, ਉਸ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰੋ। ਜੇ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰੋਗੇ ਤੇ ਤੁਸੀਂ ਫਿਰ ਜੀਵਨ ਮੁਕਤ ਪੁਰਸ਼ ਬਣ ਜਾਵੋਗੇ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਸਤਿਗੁਰੂ ਉੱਥੋਂ ਦੀ ਘਟਨਾ, ਜਿਹੜੀ ਘਟਨਾ ਵਾਪਰੀ, ਜਿਵੇਂ ਉੱਥੇ ਕੌਤਕ ਹੋਇਆ, ਉਹ ਘਟਨਾ ਸਤਿਗੁਰੂ ਜੀ ਨੇ ਇੱਥੇ ਵਰਣਨ ਕੀਤੀ। ਕਹਿੰਦੇ ਪਾਤਸ਼ਾਹ ਜੀ ਫਿਰ
ਦੂਜੇ ਤੀਰਥ ਤੀਸਰੇ ਤੀਰਥ ਜਿਹੜੀ ਸੁਰਸਰੀ ਹੈ, ਗੰਗਾ ਨਦੀ ਹੈ, ਉਸ ਤੀਰਥ 'ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪਹੁੰਚ ਗਏ। ਤਹਿ ਕੌਤਕ ਚਲਤ ਪਿਆ, ਉੱਤੇ ਅਚਰਜ ਤਮਾਸ਼ਾ ਹੋ ਗਿਆ। ਜਦ ਸਤਿਗੁਰੂ ਪਹੁੰਚੇ ਤੇ ਤਮਾਸ਼ਾ ਕੀ ਹੋਇਆ ਤੇ ਕੀ ਕੌਤਕ ਵਰਤਿਆ, ਤੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਬਚਨ ਕਰਦੇ ਨੇ, ਸਭ ਮੋਹੀ ਦੇਖ ਦਰਸ਼ਨ ਗੁਰ ਸੰਤ, ਕਿਨੈ ਆੜ ਨ ਦਾਮ ਲਿਆ। ਕਿ ਜਿੰਨੀ ਵੀ ਉੱਥੇ ਲੁਕਾਈ ਆਈ ਸੀ, ਲੋਕ ਇਕੱਠੇ ਹੋਏ ਸਨ, ਉਹ ਸਾਰੇ ਦੇ ਸਾਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰਨ ਹਿਤ ਇਕੱਤਰ ਹੋ ਗਏ। ਗੁਰੂ ਪਾਤਸ਼ਾਹ ਦੇ ਸੁੰਦਰ ਸਰੂਪ ਨੂੰ ਦੇਖ ਕੇ ਉਹ ਮੋਹੇ ਗਏ, ਗਦ-ਗਦ ਹੋ ਗਏ। ਤੇ ਜਿੰਨੀ ਵੀ ਬਹੀਰ ਸੀ, ਉੱਥੇ ਲੋਕਾਂ ਦੀ ਭੀੜ ਸੀ, ਇਕੱਠ ਸੀ ਸੰਗਤ ਦਾ, ਉਹ ਸਾਰੇ ਤੀਰਥਾਂ ਨੂੰ ਛੱਡ ਕੇ ਗੁਰੂ ਅਮਰਦਾਸ ਪਾਤਸ਼ਾਹ ਵੱਲ ਆ ਗਏ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜੁੜ ਗਏ। ਗੁਰੂ ਕੀ ਹੈ? ਗੁਰ ਸੰਤ। ਗੁਰੂ ਸੰਤ ਗੁਰੂ ਅਮਰਦਾਸ ਪਾਤਸ਼ਾਹ ਮਰ ਸੰਤ ਸਰੂਪ, ਜਿਨ੍ਹਾਂ ਵਿੱਚ ਤਮਾ ਵੀ ਨਹੀਂ ਹੈ, ਤ੍ਰਿਸ਼ਨਾ ਵੀ ਨਹੀਂ ਹੈ, ਮਨ ਨੂੰ ਬਿਲਕੁਲ ਸ਼ਾਂਤੀ ਹੈ, ਸਕੂਨ ਹੈ। ਐਸੇ ਗੁਰੂ ਦੇ ਦਰਸ਼ਨਾਂ ਨੂੰ ਸਾਰੀ ਲੁਕਾਈ ਮੋਹੀ ਗਈ। ਫਿਰ ਉੱਧਰ ਜਿਹੜੇ ਵਸੂਲੀਏ ਉੱਥੇ ਵੀ ਬੈਠ, ਜਿਵੇਂ ਹੁਣ ਜਮਨਾ ਨਦੀ ਕੋਲ ਵਸੂਲੀਏ ਬੈਠੇ ਸਨ, ਟੈਕਸ ਭਰਾਉਂਦੇ ਸਨ, ਤੇ ਇਸੇ ਤਰ੍ਹਾਂ ਉੱਥੇ ਵੀ ਲੋਕ ਬੈਠੇ ਹੋਏ ਨੇ ਕਿ ਉਹਨਾਂ ਨੇ ਆਪਣੀਆਂ ਗੋਲਕਾਂ ਰੱਖੀਆਂ ਹੋਈਆਂ ਨੇ ਕਿ ਨਾ ਗੋਲਕਾਂ ਦੇ ਵਿੱਚ ਕੋਈ ਕੌਡੀ ਅੱਧੀ ਕੌਡੀ ਕੋਈ ਪਾਵੇਗਾ। ਤੇ ਪਰ ਗੁਰੂ ਸਵਾਰੇ ਜਦੋਂ ਗੁਰੂ ਰੂਪੀ ਸੰਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪਹੁੰਚੇ, ਕਹਿੰਦੇ ਕਿਨੈ ਆੜ ਨਾ ਦਾਮ ਲਿਆ। ਕੋਈ ਅੱਧੀ ਕੌਡੀ ਵੀ ਦਾਮ ਦਮੜੀ ਜਿਹੜੀ ਹੈ ਲੋਕਾਂ ਪਾਸੋਂ, ਸੰਗਤ ਪਾਸੋਂ, ਇਹ ਜਿਹੜੇ ਵਸੂਲੀਏ ਬੈਠੇ ਸਨ, ਇਹ ਲੈ ਨਹੀਂ ਸਕੇ। ਕਿਉਂ ਨਹੀਂ ਲੈ ਸਕੇ? ਕਿਉਂਕਿ ਗੁਰੂ ਜਿਹੜਾ ਵੀ ਆਉਂਦਾ ਤੇ ਸਾਰੇ ਕਹਿੰਦੇ ਅਸੀਂ ਗੁਰੂ ਕੇ ਸਿੱਖ ਹਾਂ, ਗੁਰੂ ਕੀ ਸੰਗਤ ਹੈ। ਜਦੋਂ ਗੁਰੂ ਸਾਹਿਬਾਨ ਤੋਂ ਕੋਈ ਮਾਮਲਾ ਟੈਕਸ ਨਹੀਂ ਲਿਆ ਤੇ ਫਿਰ ਸੰਗਤ ਤੋਂ ਕਿਵੇਂ ਲੈ ਸਕਦੇ ਸਨ? ਤੇ ਸਾਰੇ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਦੇ ਮਗਰ ਮਗਰ, ਸਤਿਗੁਰੂ ਅੱਗੇ ਅੱਗੇ ਤੇ ਸਤਿਗੁਰਾਂ ਦੇ ਮਗਰ ਮਗਰ ਸਾਰੀਆਂ ਸੰਗਤਾਂ ਇੰਜ ਉਸ ਤੀਰਥ ਨੂੰ ਗੁਰੂ ਸਵਾਰਿਓ, ਉਸ ਨਦੀ ਨੂੰ ਪਾਰ ਕੀਤਾ, ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚੇ ਹਨ। ਤੇ ਸਤਿਗੁਰੂ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਆੜ ਦਾਮ ਕਿਛ ਪਿਆ ਨਾ ਬੋਲਕ, ਜਾਗਾਤੀਆ ਮੋਹਣ ਮੁੰਦਨ ਭਈ। ਕਹਿੰਦੇ ਜਿਹੜੀਆਂ ਉਹ ਗੋਲਕਾਂ ਰੱਖੀਆਂ ਹੋਈਆਂ ਸਨ, ਉਹਨਾਂ ਗੋਲਕਾਂ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਕਿ ਅੱਧੀ ਦਾਮ ਅੱਧੀ ਕੌਡੀ ਵੀ ਨਹੀਂ ਪਈ। ਕਿੱਥੇ ਤਾਂ ਜਦੋਂ ਲੋਕ ਲੰਘਦੇ ਸਨ, ਕੋਈ ਆਉਂਦਾ ਸੀ, ਕੋਈ ਜਾਂਦਾ ਸੀ, ਇਹਨਾਂ ਪਾਸੋਂ ਫਿਰ ਉਹ ਟੈਕਸ ਭਰਾਉਂਦੇ ਸਨ ਤੇ ਮਾਮਲਾ ਗੁਰਾਂਦੇ ਸੀ। ਪਰ ਗੁਰੂ ਸਵਾਰੇ ਹੁਣ ਕੀ ਹੋਇਆ ਕਿ ਬਿਲਕੁਲ ਗੋਲਕਾਂ ਖਾਲੀਆਂ, ਇੱਕ ਅੱਧੀ ਕੌਡੀ ਵਿੱਚ ਨਹੀਂ ਪਈ ਹੈ। ਜਦੋਂ ਕੁਝ ਵੀ ਨਹੀਂ ਪਿਆ, ਖਾਲੀ ਰਹੇ ਇਹ ਲੋਕ, ਫਿਰ ਇਹਨਾਂ ਨੇ ਮਨ 'ਚ ਵਿਚਾਰ ਕੀਤੀ ਕਿ ਹੁਣ ਆਪਾਂ ਇਹਨਾਂ ਗੋਲਕਾਂ ਨੂੰ ਇੱਥੇ ਚੁੱਕ ਕੇ ਚਲੀਏ, ਇੱਥੇ ਸਾਡੀ ਗੱਲ ਨਹੀਂ ਬਣਨੀ ਹੈ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਏ ਨੇ ਤੇ ਸਤਿਗੁਰ ਦੇ ਨਾਲ ਜਿੰਨੀਆਂ ਵੀ ਸੰਗਤਾਂ ਆਈਆਂ ਹਨ, ਉਹਨਾਂ ਪਾਸੋਂ ਆਪਾਂ ਇਹ ਟੈਕਸ ਨਹੀਂ ਲੈ ਸਕਦੇ ਹਾਂ। ਕਹਿੰਦੇ ਉਦੋਂ ਉਹਨਾਂ ਨੇ ਕੀ ਕੀਤਾ ਕਿ ਮੋਹਣ ਮੁੰਦਨ ਭਈ, ਜਿਹੜੀ ਉਹ ਮਾਇਆ ਵਾਲੀ ਗੋਲਕ ਸੀ ਨਾ, ਉਹਨੂੰ ਮੁੰਦਨਾ ਕੀਤਾ, ਪਾਉ ਨੂੰ ਉੱਥੇ ਚੁੱਕ ਲਿਆ, ਬੰਦ ਕਰ ਦਿੱਤਾ ਕਿ ਹੁਣ ਇਸ ਗੋਲਕ ਵਿੱਚ ਕੁਝ ਵੀ ਨਹੀਂ ਪੈਣਾ ਹੈ। ਇਸ ਸੋਚ ਦੇ ਅਧੀਨ ਉੱਥੋਂ ਉਹ ਤੁਰਨ ਲੱਗੇ, ਭਾਈ ਹਮ ਕਿਆ ਕਰ ਹੈ, ਆਈ ਹਮ ਕਰ ਹੈ, ਕਿਆ ਕਿਸ ਪਾਸ ਮੰਗ ਹੈ।
ਸਭ ਭਾਗ ਸਤਿਗੁਰ ਪਿਛੈ ਪਈ। ਜਦੋਂ ਇਸ ਪ੍ਰਕਾਰ ਇਹਨਾਂ ਨੇ ਆਪਣੀਆਂ ਗੋਲਕਾਂ ਚੁੱਕੀਆਂ ਤੇ ਜਿਹੜੇ ਇਹਨਾਂ ਦੇ ਅੱਗੇ ਅਫਸਰ ਸੀ, ਵੱਡੇ ਲੋਕ ਸਨ, ਉਹ ਕਹਿਣ ਲੱਗੇ ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ ਇਹਨਾਂ ਗੋਲਕਾਂ ਨੂੰ ਚੁੱਕ ਕੇ ਇੱਥੋਂ ਜਾ ਟੈਕਸ ਲੈਣਾ ਕਰੋ। ਤੇ ਅੱਗੋਂ ਉਹ ਲੋਕ ਕਹਿਣ ਲੱਗੇ, ਵਸੂਲੀਏ ਕਹਿਣ ਲੱਗੇ, ਦੇਖੋ ਜੀ ਅਸੀਂ ਕੀ ਕਰਨਾ ਕਰੀਏ, ਅਸੀਂ ਸਵੇਰ ਦੇ ਬੈਠੇ ਹੋਏ ਹਾਂ, ਬੜੀ ਸੰਗਤ ਆਈ ਹੈ ਇੱਥੇ, ਪਰ ਗੱਲ ਇਹ ਹੈ ਕਿ ਸਾਡੀ ਗੋਲਕ ਵਿੱਚ ਇੱਕ ਅੱਧੀ ਕੌਡੀ ਵੀ ਨਹੀਂ ਪਈ ਹੈ। ਤੇ ਲੋਕ ਜਿਹੜੇ ਇਹਨਾਂ ਦੇ ਵੱਡੇ ਸਨ ਉਹ ਕਹਿਣ ਲੱਗੇ ਵੀ ਤੁਸੀਂ ਲੋਕਾਂ ਪਾਸ ਲਵੋ, ਐਨੇ ਲੋਕ ਆਏ ਨੇ, ਤੁਹਾਡੀਆਂ ਗੋਲਕਾਂ ਤਾਂ ਭਰਨੀਆਂ ਚਾਹੀਦੀਆਂ ਹਨ, ਤੁਸੀਂ ਸਵੇਰ ਦੇ ਬੈਠੇ ਹੋ, ਤੁਹਾਨੂੰ ਅਸੀਂ ਤਨਖਾਹ ਦਿੰਦੇ ਹਾਂ, ਤੁਸੀਂ ਇਹ ਕੰਮ ਕਰਦੇ ਹੋ, ਤੁਹਾਨੂੰ ਤਨਖਾਹ 'ਤੇ ਰੱਖੇ, ਤੁਹਾਡੀ ਤਨਖਾਹ ਤੁਹਾਨੂੰ ਤਾਂ ਦੇਵਾਂਗੇ, ਤੁਹਾਨੂੰ ਇਹ ਮਜ਼ਦੂਰੀ ਤਾਂ ਦੇਵਾਂਗੇ ਜੇ ਤੁਸੀਂ ਇਹ ਗੋਲਕਾਂ ਤਾਂ ਖਾਲੀ ਲੈ ਕੇ ਆ ਗਏ। ਤੇ ਅੱਗੋਂ ਜਿਹੜੇ ਇਹ ਵਸੂਲੀਏ ਸਨ ਕਹਿਣ ਲੱਗੇ ਆਪਣੇ ਮਾਲਕਾਂ ਨੂੰ ਜਾ ਕੇ ਕਿ ਅਸੀਂ ਕੀ ਕਰਨਾ ਕਰੀਏ ਭਾਈ, ਹਮ ਕਿਆ ਕਰੈ, ਅਸੀਂ ਕੀ ਕਰੀਏ ਭਾਈ, ਕਿਸ ਪਾਸ ਮੰਗੈ, ਕਿਹਦੇ ਪਾਸੋਂ ਆਪਾਂ ਮੰਗਣਾ? ਹਾਂ ਭਾਈ ਹਮ ਕਰੈ ਕਿਆ, ਕਿਸ ਪਾਸ ਮੰਗ, ਕੀ ਕਰੀਏ, ਕਿਹਦੇ ਪਾਸੋਂ ਮੰਗਣਾ ਕਰੀਏ? ਜਿਹਨੂੰ ਆਪਾਂ ਕਹਿੰਦੇ ਨੇ ਨਾ ਕਿ ਸਾਡੀ ਇਸ ਗੋਲਕ ਵਿੱਚ ਤੁਸੀਂ ਇੱਥੇ ਤੁਸੀਂ ਆਏ ਹੋ, ਇਸ ਨਦੀ ਨੂੰ ਪਾਰ ਕਰਨਾ, ਨਦੀ ਦੇ ਕਿਨਾਰੇ ਟਹਿਲ ਰਹੇ ਹੋ, ਇੱਥੇ ਤੁਹਾਨੂੰ ਜਿਹੜਾ ਹੈ ਟੈਕਸ ਦੇਣਾ, ਭਰਨਾ ਪਵੇਗਾ। ਕਹਿੰਦੇ ਉਹ ਟੈਕਸ ਦੇਣ ਦੀ ਥਾਂ 'ਤੇ ਭੱਜ ਕੇ ਸਾਨੂੰ ਛੱਡ ਕੇ ਨਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਜਾ ਕੇ ਪੈ ਜਾਂਦੇ ਨੇ ਤੇ ਕਹਿ ਦਿੰਦੇ ਨੇ ਕਿ ਅਸੀਂ ਗੁਰੂ ਕੀਆਂ ਸੰਗਤਾਂ ਹਨ, ਅਸੀਂ ਗੁਰੂ ਕੇ ਸਿੱਖ ਹਾਂ, ਇਸ ਕਰਕੇ ਤੁਹਾਨੂੰ ਅਸੀਂ ਕੁਝ ਨਹੀਂ ਦੇਣਾ, ਅਸੀਂ ਬਿਲਕੁਲ ਟੈਕਸ ਨਹੀਂ ਭਰਨਾ ਹੈ। ਤੇ ਇਸ ਤਰ੍ਹਾਂ ਸਤਿਗੁਰੂ ਜੀ ਬਚਨ ਕਰਦੇ ਹਨ, ਕਹਿੰਦੇ ਉਹਨਾਂ ਦਾ ਸਾਰਾ ਜਿਹੜੀ ਟੈਕਸ ਸੀ ਇਹ ਖਤਮ ਹੋ ਗਿਆ। ਜਾਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿਠਾ, ਭੰਨ ਬੋਲ ਕਾ ਸਭ ਉੱਠ ਗਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਚਨ ਕਰਦੇ ਹਨ, ਜਿਹੜੇ ਇਹ ਜਗਾਤੀ ਲੋਕ ਸਨ, ਇਹਨਾਂ ਨੇ ਵਸੂਲੀਆਂ ਨੇ ਸਾਰੇ ਉਪਾਅ ਕਰਕੇ ਦੇਖ ਲਏ, ਕੋਈ ਨਾ ਕੋਈ ਦਾ ਹੀਲਾ ਵਸੀਲਾ ਹੋਵੇ, ਜਿਹੜੀਆਂ ਇਹ ਸਾਡੀਆਂ ਗੋਲਕਾਂ ਵਿੱਚ ਕੁਝ ਨਾ ਕੁਝ ਮਾਇਆ ਤਾਂ ਪਵੇ। ਪਰ ਗੁਰੂ ਸਵਾਰਿਓ ਉਦੋਂ ਇਹ ਸਾਰੇ ਉਪਾਅ ਤਰੀਕੇ ਵਰਤ ਕੇ ਥੱਕ ਗਏ, ਅਖੀਰ ਤੇ ਮਜਬੂਰ ਹੋ ਗਏ, ਆਪਣੀ ਸਿਆਣਪ ਵਰਤੀ, ਉਪਾਅ ਢੰਗ ਤਰੀਕੇ ਵਰਤੇ, ਵਿਚਾਰ ਕਰਕੇ ਕੀਤਾ, ਭੰਨ ਗੋਲਕਾ ਸਭ ਉੱਠ ਗਿਆ। ਜਿਹੜੀਆਂ ਉਹ ਗੋਲਕਾਂ ਰੱਖੀਆਂ ਹੋਈਆਂ ਸੀ ਜਿਹਦੇ ਵਿੱਚ ਲੋਕਾਂ ਪਾਸੋਂ ਜਦੋਂ ਨਦੀ ਦੇ ਕਿਨਾਰੇ 'ਤੇ ਆਉਂਦੇ ਸਨ ਯਾਤਰੀ, ਉਹਨਾਂ ਪਾਸੋਂ ਮਾਇਆ ਪਾਈ ਜਾਂਦੀ ਸੀ, ਅੱਜ ਕਹਿੰਦੇ ਉਸ ਗੋਲਕਾਂ ਨੂੰ ਚੁੱਕ ਕੇ ਉਹ ਉੱਥੋਂ ਤੁਰ ਪਏ, ਕਹਿਣ ਲੱਗੇ ਇੱਥੇ ਸਾਡਾ ਕੁਝ ਨਹੀਂ ਬਣਨਾ ਹੈ। ਕਲਵੀਦਾਸ ਨੇ ਬੇਨਤੀ ਕੀਤੀ ਸੀ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਦੁਨਿਆਵੀ ਉਦਾਹਰਣ ਦੇ ਕੇ ਸਾਨੂੰ ਸਮਝਾਇਆ ਹੈ ਕਿ ਜੇ ਪ੍ਰਤੱਖ ਤੌਰ 'ਤੇ ਕੋਈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਲੜ ਲੱਗਿਆ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਲੜ ਲੱਗਣ ਕਰਕੇ, ਸੰਗਤ ਕਰਨ ਕਰਕੇ ਉਹਨਾਂ ਨੂੰ ਇਹ ਟੈਕਸ ਨਹੀਂ ਦੇਣਾ ਪਿਆ। ਤੇ ਜਦੋਂ ਇਹੀ ਜੀਵ ਫਿਰ ਸੰਸਾਰ ਤੋਂ ਮਾਤ ਲੋਕ ਦੀ ਯਾਤਰਾ ਕਰੇਗਾ, ਭਾਵ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਅਗਲਾ ਸਫ਼ਰ ਤੈਅ ਕਰੇਗਾ, ਤੇ ਉਦੋਂ ਫਿਰ ਜੀਵ ਨੂੰ ਜੰਮ ਲੈਣ ਵਾਸਤੇ ਆਉਂਦੇ ਨੇ, ਵਸੂਲੀਏ ਆਉਂਦੇ ਲੈਣ ਵਾਸਤੇ ਧਰਮਰਾਜ ਦੇ ਕੀਤੇ ਹੋਏ ਕਰਮਾਂ ਨੂੰ, ਤੇ ਜੀਵ ਪਾਸੋਂ ਖੋਏ ਜਾਂਦੇ ਹਨ। ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਜੀਵ ਨਾਲ ਕੀਤਾ ਜਾਂਦਾ ਹੈ।
ਤੇ ਉੱਥੇ ਫਿਰ ਗੁਰੂ ਸਵਾਰੇ ਜੀਵ ਨੂੰ ਕੀਤੇ ਹੋਏ ਕਰਮਾਂ ਦੀ ਕੋਈ ਸਜ਼ਾ ਮਿਲਦੀ ਹੈ, ਚੰਗੇ ਮਾੜੇ ਕਰਮਾਂ ਉਹ ਜਿਹਾ ਫਲ ਮਿਲਦਾ ਹੈ। ਤੇ ਸਤਿਗੁਰੂ ਨੇ ਸਮਝਾਇਆ ਹੈ ਕਿ ਜਿਸ ਤਰ੍ਹਾਂ ਪ੍ਰਤੱਖ ਤੌਰ ਤੇ ਇਹ ਟੈਕਸ ਨਹੀਂ ਭਰਾ ਸਕੇ, ਜਿਹੜਾ ਇੱਕ ਵਾਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਲੜ ਲੱਗ ਗਿਆ ਨਾ, ਉਹਦੀ ਫਿਰ ਉਹਨੂੰ ਵੀ ਜਮਾਂ ਦੀ ਮਾਰ ਨਹੀਂ ਪੈਂਦੀ, ਉਹ ਜਮਾਂ ਦੇ ਅਧੀਨ ਨਹੀਂ ਹੁੰਦੇ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ। ਤਾਈਓ ਸਤਿਗੁਰੂ ਪਾਤਸ਼ਾਹ ਦੀ ਸਿਫਤ ਸਲਾਹ ਦੇ ਵਿੱਚ ਭੱਟ ਸਾਹਿਬਾਨ ਜੀ ਬਚਨ ਕਰਦੇ ਨੇ ਕਿ ਗੁਰ ਅਮਰਦਾਸ ਪਰਸੀਐ ਪਹੁ ਪਾਤਕ ਬਿਨਾਸਹਿ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹਿ, ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪੋ ਮੁਕਹਿ, ਗੁਰ ਅਮਰਦਾਸ ਪਰਸੀਐ ਅਭੋ ਲੱਭਹਿ ਗੋ ਚੁਕੈ, ਇਕ ਬਿਨ ਦੁੱਗਣ ਜੋ ਤੋ ਰਹੈ ਜਾਸ ਮੰਤਰ ਮਾਨਵੈ ਲਹੈ, ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੈ। ਭੱਟ ਜਾਲਪ ਜੀ ਦੇ ਇਹ ਬਚਨ ਸਵਈਆਂ ਦੇ ਵਿੱਚ ਕਿ ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨ ਪਰਸਨਾ ਕੀਤੇ, ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਦੇ ਲੜ ਲੱਗਿਆ, ਲੜ ਲੱਗਣ ਨਾਲ ਕੀ ਹੋਇਆ, ਪਹੁ ਪਾਤਕ ਬਿਨਾਸੈ। ਜਿੰਨੇ ਵੀ ਜੀਵ ਨੇ ਆਪਣੇ ਜੀਵਨ ਕਾਲ ਦੇ ਵਿੱਚ ਕੁਕਰਮ ਕੀਤੇ, ਪਾਪ ਕੀਤੇ ਹਨ, ਉਹ ਸਾਰੇ ਫਿਰ ਮੱਥੇ ਉਹ ਜਿਹੜੇ ਮਾੜੇ ਲੇਖ ਨੇ ਕੀਤੇ ਹੋਏ ਕਰਮ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕੱਟ ਦਿੰਦੇ ਨੇ। ਗੁਰ ਅਮਰਦਾਸ ਪਰਸੀਐ ਪਹੁ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਹੋਰ ਕੀ ਪ੍ਰਾਪਤ ਹੋਵੇਗਾ? ਭੱਟ ਜੀ ਨੂੰ ਪੁੱਛਿਆ, ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨ ਸਪਰਸ਼ ਕਰਨਾ ਕੀਤੇ, ਉਹਨਾਂ ਨੂੰ ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰ ਤੋਂ ਰਿੱਧੀਆਂ ਸਿੱਧੀਆਂ ਇਤਿਆਦਿਕ ਜਿਹੜੀਆਂ ਇਹ ਸਾਰੀਆਂ ਪ੍ਰਾਪਤ ਹੋ ਜਾਂਦੀਆਂ ਨੇ, ਉਹਦੀ ਸ਼ਰਨ ਵਿੱਚ ਆ ਜਾਂਦੀਆਂ ਨੇ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਸ ਹੈ, ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪੋ ਮੁਕੈ। ਜਦੋਂ ਆਪਾਂ ਬੰਦਗੀ ਕਰਦੇ ਹਾਂ ਵਾਹਿਗੁਰੂ ਦੀ, ਅੰਮ੍ਰਿਤ ਵੇਲੇ ਉੱਠ ਗੁਰਸਿੱਖ ਨਾਮ ਬਾਣੀ ਦਾ ਅਭਿਆਸ ਕਰਦਾ, ਸਾਡੀ ਬਿਰਤੀ ਨਹੀਂ ਲੱਗਦੀ, ਮਨ ਜਿਹੜਾ ਖਿੰਡਿਆ ਹੁੰਦਾ ਹੈ। ਪਰ ਜਾਲੋ ਭੱਟ ਜੀ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨ ਸਪਰਸ਼ ਕਰ ਲਏ, ਸਤਿਗੁਰੂ ਨੂੰ ਪਰਸਨਾ ਕੀਤਾ, ਕਹਿੰਦੇ ਉਹਨਾਂ ਨੂੰ ਫਿਰ ਧਿਆਨ ਧਾਰਨ ਦੀ ਜੁਗਤੀ ਪ੍ਰਾਪਤ ਹੋ ਜਾਂਦੀ ਹੈ। ਧਿਆਨ ਧਾਰਨ ਦੀ ਜੁਗਤੀ ਪ੍ਰਾਪਤ ਹੋ ਜਾਂਦੀ ਹੈ। ਤੇ ਸਾਰੇ ਆਖੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ। ਜਦੋਂ ਸਾਡਾ ਮਨ ਆਪਾਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ ਨਾ, ਸਿਮਰਨ ਕਰਨ ਵੇਲੇ ਇਹ ਪੰਕਤੀ ਯਾਦ ਕਰ ਲਿਆ ਕਰੋ ਕਿ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪੋ ਮੁਕੈ। ਕਿ ਗੁਰੂ ਅਮਰਦਾਸ ਭੱਟ ਜੀ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਪਰਸਨ ਦੇ ਨਾਲ ਕਹਿੰਦੇ ਉਹ ਧਿਆਨ ਜਿਹੜਾ ਹੈ, ਜਿਹੜਾ ਕਦੇ ਭੰਗ ਨਹੀਂ ਹੋਣ ਵਾਲਾ, ਉਹ ਧਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਬੇਨਤੀ ਕਰੋ ਕਿ ਹੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਡੇ ਤੇ ਹੀ ਬਖਸ਼ਿਸ਼ ਕਰੋ, ਅਸੀਂ ਤੈਨੂੰ ਯਾਦ ਕਰਦੇ ਹਾਂ, ਤੇਰੀ ਬੰਦਗੀ ਬਾਣੀ ਪੜ੍ਹਦੇ ਹਾਂ, ਤੇ ਸਾਡੇ ਤੇ ਬਖਸ਼ਿਸ਼ ਕਰ ਤਾਂ ਕਿ ਸਾਨੂੰ ਵੀ ਧਿਆਨ ਧਾਰਨ ਕਰਨਾ ਆ ਜਾਵੇ, ਸਾਨੂੰ ਉਹ ਜੁਗਤੀ ਪ੍ਰਾਪਤ ਹੋ ਜਾਵੇ। ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪੋ ਮੁਕੈ, ਗੁਰ ਅਮਰਦਾਸ ਪਰਸੀਐ ਅਭੋ ਲੱਭੈ ਗੁਰ ਚੁਕੈ। ਉਹ ਜਿਹੜਾ ਪਦ ਹੈ, ਗੁਆਚੀ ਹੋਈ ਵਸਤੂ ਬਸਤ ਅਗੋਚਰ ਪਾਈ, ਘਟ ਦੀਪਕ ਰਿਹਾ ਸਮਾਈ, ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨ ਸਪਰਸ਼ ਕਰਨਾ ਸਤਿਗੁਰੂ ਨੂੰ ਪਰਸਨ ਦੇ ਨਾਲ। ਤੇ ਐਡੀਆਂ ਵੱਡੀਆਂ ਬਖਸ਼ਾਂ, ਕੱਲੀ ਕੱਲੀ ਬਖਸ਼ਿਸ਼ ਦੀ ਸਤਿਗੁਰੂ ਨੇ ਭੱਟ ਜੀ ਨੇ ਵਰਣਨ ਕੀਤਾ। ਅਖੀਰ ਤੇ ਕਹਿੰਦੇ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦੀਦਾਰ ਕਰ ਲਏ, ਦਰਸ਼ਨ ਕਰ ਲਏ, ਭੱਟ ਜਾਲਪ ਜੀ ਕਹਿੰਦੇ ਇਹ ਸਾਰੇ ਪਦਾਰਥ ਉਹਨਾਂ ਨੂੰ ਕਹਿੰਦੇ ਮਿਲ ਜਾਂਦੇ ਨੇ। ਐਡੀ ਵੱਡੀ ਬਖਸ਼ਿਸ਼ ਹੈ ਗੁਰੂ ਦੇ ਦੀਦਾਰ ਕਰਨ ਦੀ। ਹੁਣ ਗੰਗਾ ਦੇ ਕਿਨਾਰੇ ਤੇ ਸਤਿਗੁਰੂ ਮਹਾਰਾਜ ਪਹੁੰਚੇ ਨੇ। ਲੋਕਾਂ ਦੀ ਬਹੀਰ, ਬਹੁਤ ਵੱਡਾ ਇਕੱਠ, ਕੱਲਾ ਕੱਲਾ ਇਹੀ ਕਰਦਾ ਦਰਸ਼ਨ, ਜਿਨ੍ਹਾਂ ਦੇ ਮਨ 'ਚ ਇਹ ਲਾਲਸਾ ਜਾਗੀ ਹੈ ਕਿ ਮੈਂ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ, ਮੈਨੂੰ ਸਤਿਗੁਰੂ ਆਪਣੇ ਦੀਦਾਰ ਬਖਸ਼ਿਸ਼ ਕਰਨ। ਤੇ ਲੋਕਾਂ ਨੇ ਤੀਰਥਾਂ ਦਾ ਧਿਆਨ ਛੱਡ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਭਲਾ ਆਪਣਾ ਧਿਆਨ ਧਾਰਨ ਕੀਤਾ। ਸਾਰੇ ਪੰਗਤ ਗੁਰੂ ਕੇ ਦੀਵਾਨ ਸਜ ਗਏ। ਦੀਵਾਨਾਂ ਦੇ ਵਿੱਚ ਸੰਗਤਾਂ ਫਿਰ ਸਤਿਗੁਰ ਦੇ ਮਗਰ ਮਗਰ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰਨ ਹਿਤ ਕਿ ਸਾਨੂੰ ਸਤਿਗੁਰ ਦੇ ਦਰਸ਼ਨ ਮਿਲ ਜਾਣ, ਸਤਿਗੁਰ ਦੀ ਅਸੀਸ ਸਾਨੂੰ ਮਿਲ ਜਾਣ, ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਵੇ। ਤੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਕਿ ਜਿਵੇਂ ਜਿਨ੍ਹਾਂ ਨੇ ਫਿਰ ਸਤਿਗੁਰ ਦੇ ਦਰਸ਼ਨ ਕਰ ਲਏ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ। ਜੰਮ ਦੇ ਵਸੂਲੀਏ ਜਿਹੜੇ ਨੇ ਨਾ, ਉਹ ਜਿਹੜੇ ਤੰਗ ਨਹੀਂ ਕਰਦੇ, ਫਿਰ ਉਹ ਕਿਸੇ ਪ੍ਰਕਾਰ ਦਾ ਟੈਕਸ ਇਤਿਆਦਿਕ ਨਹੀਂ ਭਰਾ ਸਕਦੇ। ਉਹ ਗੁਰੂ ਸਵਾਰੇ ਇਸ ਤਰ੍ਹਾਂ ਆਪਣੀ ਜਿਹੜੀ ਹੈ, ਜਿਵੇਂ ਇਹ ਜਿਹੜੀ ਵਿਸਕ ਪਤੱਖ ਤੁਰ ਤੇ ਵਸੂਲੀਏ ਆਪਣੀਆਂ ਗੋਲਕਾਂ ਨੂੰ ਉੱਠ ਕੇ ਲੈ ਕੇ ਚੱਲ ਪਿਓ, ਇੱਥੋਂ ਕਹਿਣ ਲੱਗੇ ਇੱਥੇ ਕੁਝ ਨਹੀਂ ਬਣਨਾ, ਹੁਣ ਸਾਡੀ ਆਮਦਨ ਨਹੀਂ ਹੋਵੇਗੀ ਸਾਨੂੰ, ਇਸੇ ਅਸੀਂ ਕੁਝ ਵੀ ਕਿਸੇ ਪਰ ਟੈਕਸ ਨਹੀਂ ਭਰਾ ਸਕਦੇ ਹਾਂ। ਜਿਵੇਂ ਇਹ ਉੱਠ ਕੇ ਚਲੇ ਜਾ ਗਏ ਨਾ, ਇਸੇ ਤਰ੍ਹਾਂ ਧਰਮ ਰਾਜ ਦੇ ਦੂਤ ਜਿਹੜੇ ਭੇਜੇ ਹੁੰਦੇ ਨੇ ਨਾ, ਉਹ ਵੀ ਫਿਰ ਰੱਬ ਦੇ ਪਿਆਰੇ ਗੁਰਮੁਖਾਂ ਦੇ ਨੇੜੇ ਨਹੀਂ ਆਉਂਦੇ। ਉਹ ਵੀ ਕਹਿੰਦੇ ਗੁਰਮੁਖਾਂ ਦੇ ਕੋਲ ਸਾਡੀ ਦਾਲ ਨਹੀਂ ਗਲਣੀ ਹੈ, ਇਹਨਾਂ ਉੱਤੇ ਅਸੀਂ ਹਾਵੀ ਨਹੀਂ ਹੋ ਸਕਦੇ ਹਾਂ, ਕਿਉਂਕਿ ਇਹਨਾਂ ਦੀ ਬਾਂਹ ਸਤਿਗੁਰੂ ਜੀ ਨੇ ਪਕੜੀ ਹੋਈ ਹੈ। ਜਿਨ੍ਹਾਂ ਦੀ ਬਾਂਹ ਸਤਿਗੁਰੂ ਪਕੜ ਲੈਂਦੇ ਨੇ ਫਿਰ ਉਹਨਾਂ ਲੋਕਾਂ ਦਾ ਬਾਲ ਵਿੰਗਾ ਨਹੀਂ ਹੁੰਦਾ, ਉਹਨਾਂ ਦੀ ਸਤਿਗੁਰੂ ਫਿਰ ਸਹਾਇਤਾ ਕਰਦੇ ਨੇ। ਆਪਾਂ ਪੜ੍ਹਦੇ ਹਾਂ ਨਾ ਪਾਤਸ਼ਾਹ ਦੇ ਬਚਨ ਕਿ ਜਾਮ ਗੁਰੂ ਹੋਏ ਬਲ ਧਨੇ ਕਿਆ ਗਾਰਬ ਦੀਜੇ, ਜਾਮ ਗੁਰੂ ਹੋਏ ਬਲ ਲਖ ਬਾਹੇ ਕਿਆ ਕੀਜੇ, ਜਾਮ ਗੁਰੂ ਹੋਏ ਬਲ ਗਿਆਨ ਅਰ ਧਿਆਨ ਅਨਨ ਪਰ, ਜਾਮ ਗੁਰੂ ਹੋਏ ਬਲ ਸ਼ਬਦ ਸਾਖੀ ਸੋ ਸੱਚੈ ਘਰ, ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਤ ਮੈਂ ਧਰੈ, ਸੇ ਜਨਮ ਮਰਨ ਦੋਹੁ ਤੇ ਰਹੈ। ਪ੍ਰਤੱਖ ਭੱਟ ਜੀ ਨੇ ਦੱਸਤਾ ਕਿ ਜਿਹਦੇ ਵੱਲ ਗੁਰੂ ਹੈ ਨਾ, ਇੱਕ ਪਾਸੇ ਲੱਖਾਂ ਬਾਹਾਂ ਵਾਲੇ ਲੋਕ ਹੋਣ, ਲੱਖਾਂ ਦਾ ਇਕੱਠ ਹੋ, ਇੱਕ ਪਾਸੇ ਗੁਰੂ ਕਾ ਪਿਆਰਾ ਜਿਹੜਾ ਆਪਣੇ ਗੁਰੂ ਉੱਤੇ ਵਿਸ਼ਵਾਸ ਰੱਖਣ ਵਾਲਾ, ਭਰੋਸਾ ਰੱਖਣ ਵਾਲਾ, ਤੇ ਜਿੱਤ ਕਿਹਦੀ ਹੋਵੇਗੀ? ਜਿਹਦੇ ਵੱਲ ਗੁਰੂ ਹੈ। ਜਦੋਂ ਮਹਾਭਾਰਤ ਦਾ ਯੁੱਧ ਹੋਇਆ ਨਾ, ਮਹਾਭਾਰਤ ਦੇ ਯੁੱਧ ਵੇਲੇ ਕੌਰਵ ਤੇ ਪਾਂਡਵ, ਇਹਨਾਂ ਦੇ ਵੱਡੇ ਯੁਧਿਸ਼ਠਰ ਤੇ ਦੁਰਯੋਧਨ ਇਕੱਠੇ ਸ਼੍ਰੀ ਕ੍ਰਿਸ਼ਨ ਜੀ ਕੋਲ ਚੱਲ ਗਏ। ਸ਼੍ਰੀ ਕ੍ਰਿਸ਼ਨ ਜੀ ਨੂੰ ਕਹਿਣ ਲੱਗੇ, ਦੁਰਯੋਧਨ ਜਿਹੜਾ ਸੀ ਸਰਾਣੇ ਵਾਲੇ ਪਾਸੇ ਖਲੋ ਗਿਆ, ਜਿਹੜਾ ਯੁਧਿਸ਼ਠਰ ਸੀ ਉਹ ਚਰਨਾਂ ਵਾਲੇ ਪਾਸੇ ਖਲੋ ਗਿਆ, ਤੇ ਸੁੱਤੇ ਪਏ ਸਨ। ਅੱਖ ਖੋਲ੍ਹੀ, ਨਿਗਾਹ ਸਿੱਧੀ ਯੁਧਿਸ਼ਠਰ ਉੱਤੇ ਪਈ ਹੈ। ਕਹਿਣ ਲੱਗੇ ਕਿਵੇਂ ਆਉਣਾ ਹੋਇਆ? ਕਹਿਣ ਲੱਗੇ ਸਾਡੀ ਸਹਾਇਤਾ ਕਰੋ ਜੰਗ ਵਿੱਚ। ਦੁਰਯੋਧਨ ਕਹਿਣ ਲੱਗਾ ਪਹਿਲਾਂ ਮੈਂ ਆਇਆ, ਮੇਰਾ ਹੱਕ ਬਣਦਾ, ਮੈਂ ਮੰਗਾਂਗਾ ਪਹਿਲਾਂ। ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਜਿਹਦੇ ਉੱਤੇ ਮੇਰੀ ਅੱਖ ਖੋਲ੍ਹਦਿਆਂ ਸਾਰ ਨਿਗਾਹ ਪਈ ਹੈ, ਅਸਲ ਵਿੱਚ ਪਹਿਲਾਂ ਉਹ ਆਇਆ ਹੈ ਤੇ ਨਿਗਾਹ ਮੇਰੀ ਪਈ ਹੈ ਯੁਧਿਸ਼ਠਰ ਉੱਤੇ, ਹੱਕ ਯੁਧਿਸ਼ਠਰ ਦਾ ਬਣਦਾ ਹੈ। ਪਰ ਕਹਿਣ ਲੱਗੇ ਨਹੀਂ, ਮੈਂ ਪਹਿਲਾਂ ਮੰਗਿਆ। ਕਹਿਣ ਲੱਗਿਆ ਸਾਡਾ ਯੁੱਧ ਹੋਣ ਲੱਗਿਆ, ਜੰਗ ਹੋਣ ਲੱਗਿਆ, ਤੁਸੀਂ ਸਾਡੀ ਜੰਗ 'ਚ ਸਹਾਇਤਾ ਕਰੋ। ਕਹਿਣ ਲੱਗੇ ਦੱਸੋ ਕੀ ਚਾਹੀਦਾ?
ਕਹਿਣ ਲੱਗੇ ਇੱਕ ਪਾਸੇ ਮੈਂ ਹਾਂ, ਇੱਕ ਪਾਸੇ ਮੇਰੀ ਸੈਨਾ, ਇੱਕ ਚੀਜ਼ ਮੰਗ। ਦੁਰਯੋਧਨ ਕਹਿਣ ਲੱਗਿਆ ਕਿ ਮੈਨੂੰ ਤੁਸੀਂ ਆਪਣੀ ਸੈਨਾ ਦੇ ਦਿਓ, ਜਿੰਨੇ ਤੁਹਾਡੇ ਕੋਲ ਸ਼ਸਤਰ ਇਤਿਆਦਿਕ ਸਾਰੇ ਦੇ ਦਿਓ। ਫਿਰ ਯੁਧਿਸ਼ਠਰ ਨੂੰ ਪੁੱਛਿਆ, ਕਹਿ ਤੂੰ ਮੰਗ ਭਾਈ। ਕਹਿਣ ਲੱਗਿਆ ਸ਼੍ਰੀ ਕ੍ਰਿਸ਼ਨ ਜੀ ਬਸ ਤੁਸੀਂ ਮੇਰੇ ਨਾਲ ਹੋਇਓ, ਜੇ ਤੁਹਾਡੀ ਕਿਰਪਾ ਹੋਈ ਨਾ, ਤੁਹਾਡੀ ਕਿਰਪਾ ਦੇ ਰਾਹੀਂ ਅਸੀਂ ਇਹ ਜੰਗ ਜਿੱਤ ਜਾਵਾਂਗੇ। ਜਿੱਤਿਆ ਕੌਣ? ਫਿਰ ਆਪ ਸਾਰੇ ਜਾਣਦੇ ਹੋ। ਜਿਹਦੇ ਵੱਲ ਉਸ ਸਮੇਂ ਅਵਤਾਰੀ ਪੁਰਸ਼ ਸੀ, ਦੁਆਪਰ ਦੇ ਅਵਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਜੀ ਸਨ, ਰਥਵਾਨ ਬਣੇ ਅਰਜਨ ਦੇ, ਤੇ ਗੁਰੂ ਸਵਾਰਿਓ ਰਥਵਾਨ ਬਣੇ ਤੇ ਜਿੱਤ ਹੋਈ ਹੈ ਪਾਂਡਵਾਂ ਦੀ। ਗੱਲ ਕੀ ਹੈ? ਜਿਹਦੇ ਵੱਲ ਆਪ ਪਰਮੇਸ਼ਰ ਹੁੰਦਾ, ਗੁਰੂ ਹੁੰਦਾ ਨਾ, ਤੇ ਉਹਨਾਂ ਦੀ ਜਿੱਤ ਹੁੰਦੀ ਹੈ ਸੰਸਾਰ ਦੇ ਵਿੱਚ। ਤੇ ਸਤਿਗੁਰੂ ਮਹਾਰਾਜ ਵਚਨ ਕਰਦੇ ਹਨ ਕਿ ਤ੍ਰਿਤੀਆ ਆਏ ਸੁਰਸਰੀ ਤਹ ਕੌਤਕ ਚਲਤ ਭਇਆ। ਤ੍ਰਿਤੀਆ ਕਹ ਤੀਜਾ ਤੀਰਥ ਜਿਹੜਾ ਹਿੰਦੂ ਮਤ ਦਾ, ਸੋ ਉੱਥੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪਹੁੰਚੇ, ਜਿਹੜੀ ਗੰਗਾ ਨਦੀ ਤੇ। ਉੱਥੇ ਕਹਿੰਦੇ ਅਚਰਜ ਕੌਤਕ ਹੋਇਆ, ਮਿਲ ਆਏ ਨਗਰ ਮਹਾਜਨਾ, ਗੁਰ ਸਤਿਗੁਰ ਓਟ ਗਹੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਇਸ ਪ੍ਰਕਾਰ ਗੰਗਾ ਦੇ ਕਿਨਾਰੇ ਤੇ ਪਾਤਸ਼ਾਹ ਨੇ ਆਪਣੇ ਦੀਵਾਨ ਸਜਾ ਲਏ। ਛਤਰ ਸਿੰਘਾਸਣ ਸੱਜ ਗਿਆ, ਸਤਿਗੁਰੂ ਸਿੰਘਾਸਣ ਉੱਤੇ ਬੈਠ ਗਏ, ਸੰਗਤਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਹਨ। ਤੇ ਇਸ ਤਰ੍ਹਾਂ ਜੋ ਸਤਿਗੁਰੂ ਬੈਠੇ ਨੇ, ਕਤਾਰਾਂ ਲਾਗੀਆਂ, ਲਾਈਨਾਂ ਲਾਗੀਆਂ ਸੰਗਤ ਦੀਆਂ, ਪਾਤਸ਼ਾਹ ਨੂੰ ਆ ਕੇ ਮੱਥਾ ਟੇਕ ਰਹੇ ਹਨ, ਤਿਲ ਫੁੱਲ ਭੇਟਾਵਾਂ ਅਰਪਣ ਕਰ ਰਹੇ ਹਨ। ਕਹਿੰਦੇ ਫਿਰ ਜਦੋਂ ਸਤਿਗੁਰੂ ਬੈਠੇ, ਗੰਗਾ ਦੇ ਰਹਿਣ ਵਾਲੇ ਜਿਹੜੇ ਲੋਕ ਸਨ, ਆਲੇ ਦੁਆਲੇ ਰਹਿਣ ਨੇੜੇ ਨੇੜੇ ਦੇ, ਉਹ ਸਾਰੇ ਉੱਥੋਂ ਦੇ ਪੁਜਾਰੀ, ਉੱਥੋਂ ਦੇ ਰਹਿਣ ਵਾਲੇ ਲੋਕ, ਉਹ ਸਾਰੇ ਸਤਿਗੁਰੂ ਦੀ ਮਹਿਮਾ ਜਾਣ ਕੇ, ਵਡਿਆਈ ਜਾਣ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਕੋਲ ਆ ਗਏ। ਉਹਨਾਂ ਨੇ ਕੀ ਕੀਤਾ? ਗੁਰ ਸਤਿਗੁਰ ਓਟ ਗਹੀ, ਤੇ ਸਭ ਕੁਝ ਛੱਡ ਕੇ ਗੁਰੂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੀ ਓਟ ਗਹੀ ਤੋਂ ਪਕੜਨਾ, ਓਟ ਪਕੜ ਲਈ ਕਿ ਸਤਿਗੁਰੂ ਹੁਣ ਮੈਨੂੰ ਤੁਹਾਨੂੰ ਤੁਹਾਡਾ ਹੀ ਆਸਰਾ ਹੈ, ਸਾਡੇ ਤੇ ਬਖਸ਼ਿਸ਼ ਕਰੋ। ਇੰਜ ਸਤਿਗੁਰ ਦੀ ਓਟ ਪਕੜਨਾ ਕੀਤੀ। ਗੁਰ ਸਤਿਗੁਰ ਗੁਰ ਗੋਬਿੰਦ ਪੁਛ ਸਿਮਰਤ ਕੀਤਾ ਸਹੀ। ਕਹਿੰਦੇ ਨੇ ਜਿਹੜੀਆਂ 27 ਸਿਮਰਤੀਆਂ, 18 ਪੁਰਾਣ ਇਤਿਆਦਿਕ, ਇਹ ਸਾਰੇ ਹਿੰਦੂ ਮਤ ਦੇ ਧਰਮ ਗ੍ਰੰਥ ਹਨ। ਕਹਿੰਦੇ ਨੇ ਗੁਰਸਿੱਖ ਲਈ, ਜਿਸ ਗੁਰੂ ਦੇ ਸਿੱਖ ਨੇ ਆਪਣੇ ਸਤਿਗੁਰ ਗੁਰ ਸਤਿਗੁਰ ਗੁਰ ਗੋਬਿੰਦ ਪੁਛ, ਇੱਕ ਪਾਸੇ 27 ਸਿਮਰਤੀਆਂ ਦੀ ਵਿਚਾਰ, ਜਿਹਦੇ ਰਾਹੀਂ ਇਹ ਆਪਣੇ ਕਰਮ ਕਾਂਡ ਇਤਿਆਦ ਕਰਦੇ ਨੇ। ਦੂਜੇ ਪਾਸੇ ਕਹਿੰਦੇ ਨੇ ਗੁਰਸਿੱਖਾਂ ਨੇ ਗੁਰੂ ਸਤਿਗੁਰੂ ਗੋਬਿੰਦ ਦਾ ਓਟ ਆਸਰਾ ਤੱਕਣਾ ਕੀਤਾ। ਕਹਿੰਦੇ ਫਿਰ ਸਿਮਰਤ ਸ਼ਾਸਤਰਾਂ ਦਾ ਅਭਿਆਨ ਵੀ ਕੀਤਾ, ਧਿਆਨ ਕੀਤਾ, ਤੇ ਕਹਿੰਦੇ ਇੱਕ ਹੀ ਸਿੱਟਾ ਨਿਕਲਿਆ 27 ਸਿਮਰਤੀਆਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ। ਇੱਕ ਗੱਲ ਦੀ ਸੋਝੀ ਆਈ, ਪਤਾ ਲੱਗਿਆ। ਕੀ ਪਤਾ ਲੱਗਿਆ? ਕਿ ਗੁਰੂ ਸਤਿਗੁਰ ਦੀ ਗੋਬਿੰਦ ਦੀ ਓਟ ਤੱਕਣ ਦੇ ਨਾਲ ਹੀ ਇਹ ਜੀਵ ਤੇਰਾ ਪਾਰ ਉਤਾਰਾ ਹੋਣਾ ਹੈ। ਜਿੰਨੇ ਮਰਜੀ ਆਪਾਂ ਕੁੱਲ ਦੁਨੀਆ ਦੇ ਗ੍ਰੰਥ ਪੜ੍ਹ ਦਈਏ, ਜਿੰਨੇ ਵੀ ਧਰਮ ਹਨ, ਸਾਰੇ ਧਰਮਾਂ ਦਾ ਗ੍ਰੰਥਾਂ ਦਾ ਅਧਿਐਨ ਕਰ ਲਈਏ, ਪਰ ਜੇਕਰ ਆਪਾਂ ਗੁਰੂ ਦੀ ਗੱਲ ਮੰਨਣ ਲਈ ਤਿਆਰ ਨਾ ਹੋਏ ਨਾ, ਤੇ ਸੱਚ ਜਾਣੇ ਸਾਡੇ ਪੜ੍ਹੇ ਹੋਏ ਗ੍ਰੰਥ ਸਾਰੇ ਉਹ ਵਿਅਰਥ ਨੇ। ਵਿਦਵਤਾ ਪ੍ਰਾਪਤ ਹੋ ਸਕਦੀ ਹੈ, ਵਿਦਵਾਨ ਬਣ ਸਕਦਾ ਹੈ, ਪਰ ਜੇਕਰ ਕੋਈ ਸੋਚੇ ਕਿ ਇਹ ਮੈਂ ਗ੍ਰੰਥ ਪੜ੍ਹ ਕੇ ਮੈਂ ਗੁਰੂ ਤੋਂ ਵੱਡਾ, ਪਰਮੇਸ਼ਰ ਤੋਂ ਵੱਡਾ ਹੋ ਗਿਆ, ਕਹਿੰਦੇ ਇਹ ਨਹੀਂ ਹੋ ਸਕਦਾ। ਉਹ ਅਵਸਥਾ ਨਹੀਂ ਬਣ ਸਕਦੀ ਹੈ
ਜੋ ਤੱਕ ਆਪਾਂ ਗੁਰੂ ਨਹੀਂ ਧਾਰਨ ਕਰਦੇ, ਗੁਰੂ ਵਾਲੇ ਨਹੀਂ ਬਣਦੇ। ਤੇ ਪਾਤਸ਼ਾਹ ਜੀ ਅਗਲੀ ਪੰਕਤੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਨੇ ਸਿਮਰਤ ਸ਼ਾਸਤਰ ਸਭਨੀ ਸਹੀ ਕੀਤਾ, ਸੁਖ ਪ੍ਰਹਿਲਾਦ ਸ਼੍ਰੀ ਰਾਮ ਕਰ ਗੁਰ ਗੋਬਿੰਦ ਧਿਆਇਆ। ਗੁਰੂ ਪਾਤਸ਼ਾਹ ਜੀ ਨੇ ਮੋਹਰ ਲਾ ਦਿੱਤੀ। ਕਹਿੰਦੇ ਦੇਖੋ ਭਾਈ ਗੱਲ ਇਹ ਹੈ, ਜੇਕਰ ਆਪਾਂ ਦੇਖੀਏ ਨਾ ਜਿਹੜੇ ਇਹ ਧਰਮ ਗ੍ਰੰਥ ਪੜ੍ਹਦੇ, ਧਰਮ ਗ੍ਰੰਥਾਂ ਦੀ ਵਿਚਾਰ ਵੀ ਇਹੀ ਕਹਿੰਦੀ, ਉਹਨਾਂ ਵਿੱਚ ਵੀ ਇਹੀ ਲਿਖਿਆ ਹੋਇਆ ਹੈ ਕਿ ਗੁਰੂ ਤੋਂ ਬਿਨਾਂ ਜੀਵ ਦੀ ਗਤ ਨਹੀਂ, ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾਂ ਗਤ ਨਹੀਂ ਹੋ ਸਕਦੀ। ਪੜ੍ਹਦੇ ਹਾਂ ਪਾਤਸ਼ਾਹ ਦੇ ਬਚਨ ਕਿ ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਤੇ ਪਾਤਸ਼ਾਹ ਕਹਿੰਦੇ ਨੇ ਜਦੋਂ ਇਹਨਾਂ 27 ਸਿਮਰਤੀਆਂ, 18 ਪੁਰਾਣ, ਜਿੰਨੇ ਵੀ ਸ਼ਾਸਤਰ ਹਨ, ਇਹਨਾਂ ਨੂੰ ਚੰਗੀ ਤਰ੍ਹਾਂ ਕਹਿੰਦੇ ਘੋਖਿਆ, ਵਿਚਾਰਿਆ, ਤੇ ਵਿਚਾਰ ਕੇ ਪੜ੍ਹ ਕੇ ਇਹ ਪਤਾ ਲੱਗਿਆ ਕਿ ਸੁਖ ਪ੍ਰਹਿਲਾਦ, ਸੁਖ ਕਹਿੰਦੇ ਨੇ ਸੁਖਦੇਵ ਮੁਨੀ ਜੀ ਹੋਏ ਨੇ, ਕਿ ਸੁਖਦੇਵ ਮੁਨੀ ਜੈਸਿਆਂ ਨੇ, ਪ੍ਰਹਿਲਾਦ ਜੈਸੇ ਰੱਬ ਦੇ ਪਿਆਰੇ ਭਗਤ ਪ੍ਰਹਿਲਾਦ ਜੈਸਿਆਂ ਨੇ, ਸ਼੍ਰੀ ਰਾਮ, ਇੱਥੋਂ ਤੱਕ ਤ੍ਰੇਤੇ ਦੇ ਅਵਤਾਰ ਸ਼੍ਰੀ ਰਾਮਚੰਦਰ ਜੀ, ਇਹਨਾਂ ਸਾਰਿਆਂ ਨੇ ਕੀ ਕੀਤਾ? ਗੁਰ ਗੋਬਿੰਦ ਧਿਆਇਆ। ਇਹਨਾਂ ਨੇ ਉਸ ਗੁਰੂ ਦੇ ਲੜ ਲਾ ਕੇ, ਗੁਰੂ ਵਾਲੇ ਬਣ ਕੇ ਗੋਬਿੰਦ ਪਰਮੇਸ਼ਰ ਨੂੰ ਧਿਆਣਾ ਕੀਤਾ, ਫਿਰ ਪਰਮ ਗਤੀ ਪ੍ਰਾਪਤ ਕੀਤੀ ਹੈ। ਐਵੇਂ ਨਹੀਂ ਇਹ ਵੱਡੇ ਵੱਡੇ ਭਗਤ ਬਣੇ ਨੇ। ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ, ਵਿਚਾਰਿਆ, ਬਾਛਿਆ, ਪਰ ਸਿੱਖਿਆ ਆਪਣੇ ਗੁਰੂ ਪਾਸੋਂ ਲਈ, ਗੁਰੂ ਪਾਸੋਂ ਨਾਮ ਦੀ ਦਾਤ ਲੈ ਕੇ ਫਿਰ ਨਾਮ ਜਪਣਾ ਕੀਤਾ, ਨਾਮ ਜਪ ਕੇ ਗੁਰੂ ਸਵਾਰਿਓ। ਫਿਰ ਇਸ ਤਰ੍ਹਾਂ ਉਸ ਗੁਰੂ ਵਿੱਚ, ਪਰਮੇਸ਼ਰ ਵਿੱਚ ਅਭੇਦ ਹੋਏ ਹਨ। ਦੇਹੀ ਨਗਰ ਕੋਟ ਪੰਚ ਚੋਰ ਵਟਵਾਰੇ, ਤਿਨ ਕਾ ਥਾਓ ਥੇਹੋ ਗਵਾਇਆ। ਇਸ ਦੇਹੀ ਇੱਕ ਨਗਰੀ ਦੀ ਨਿਆਈ ਹੈ, ਇੱਕ ਕਿਲੇ ਦੀ ਨਿਆਈ ਹੈ। ਦੇਹੀ ਨਗਰੀ ਕਿਲੇ ਦੀ ਨਹੀਂ ਹੈ। ਪੰਚ ਕੋਟ, ਦੇਹੀ ਨਗਰੀ ਕੋਟ ਪੰਜ ਚੋਰ ਬਟਵਾਰੇ। ਇਹ ਕੋਟ ਹੈ, ਕਿਲਾ ਹੈ ਸਾਡੀ, ਇਹ ਮਨੁੱਖਾ ਦੇਹੀ। ਤੇ ਇਸ ਕਿਲੇ ਦੇ ਅੰਦਰ ਪੰਜ ਜਿਹੜੇ ਚੋਰ ਹਨ, ਬਟਵਾਰੇ ਹਨ, ਜਿਹੜੇ ਲੁੱਟ ਰਹੇ ਹਨ ਨਾਮ ਰੂਪੀ ਅੰਮ੍ਰਿਤ ਨੂੰ। ਉਹ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤਿੰਨ ਕਾ ਥਾਓ ਥੇਹੋ ਗਵਾਇਆ। ਉਹਨਾਂ ਨੇ ਆਪਣੇ ਪੱਕੇ ਡੇਰੇ ਲਾਏ ਹੋਏ ਸਨ, ਅੰਦਰ ਡੇਰੇ ਲਾ ਕੇ ਬੈਠੇ ਹੋਏ ਸਨ। ਪਰ ਜਦੋਂ ਨਾਮ ਦਾ ਵਾਸਾ ਹੋ ਗਿਆ, ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ, ਹਿਰਦੇ ਅੰਦਰ ਨਾਮ ਵਸਣ ਲੱਗ ਪਿਆ, ਤੇ ਸਤਿਗੁਰੂ ਕਹਿੰਦੇ ਫਿਰ ਇਹਨਾਂ ਦੇ ਜਿਹੜੇ ਪੱਕੇ ਡੇਰੇ ਸਨ ਉਹ ਭੰਨ ਦਿੱਤੇ ਗਏ, ਤੋੜ ਦਿੱਤੇ ਗਏ। ਥਾਓ ਥੇਹੋ ਗਵਾਇਆ, ਉਹ ਥਾਂ ਨੂੰ ਇਹਨਾਂ ਨੇ ਗਵਾ ਲਿਆ। ਇਹਨਾਂ ਨੂੰ ਭਾਜਣਾ ਪੈ ਗਈਆਂ ਕਿ ਹੁਣ ਅਸੀਂ ਕਿਵੇਂ ਆਪਣੇ ਆਪ ਨੂੰ ਰੋਕਣਾ ਕਰੀਏ। ਤੇ ਸਾਡੇ ਉੱਤੇ ਇਹ ਪਰਮੇਸ਼ਰ ਦਾ ਨਾਮ ਇਹ ਹਾਵੀ ਹੋ ਗਿਆ ਹੈ। ਇਹ ਜੀਵ ਨੇ ਪਕੜ ਮਜ਼ਬੂਤ ਕਰ ਲਈ ਹੈ। ਹੁਣ ਸਾਨੂੰ ਇੱਥੇ ਅਸੀਂ ਟਿਕ ਨਹੀਂ ਸਕਦੇ ਹਨ। ਇੰਝ ਇਹਨਾਂ ਦੀ ਜਿਹੜੀ ਥਾਂ ਸੀ ਉਹ ਹਿੱਲ ਗਈ। ਕੀਰਤਨ ਪੁਰਾਣ ਨਿਤ ਪੁੰਨ ਹੋਵੈ, ਗੁਰ ਬਚਨ ਨਾਨਕ ਹਰ ਭਗਤ ਲਹੀ। ਤੇ ਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਕੀਰਤਨ ਪੁਰਾਣ ਨਿਤ ਪੁੰਨ ਹੋਵੈ। ਕੀਰਤਨ ਕਹਿੰਦੇ ਨੇ ਕੀਰਤੀ, ਪ੍ਰਭੂ ਦੀ ਕੀਰਤੀ, ਪ੍ਰਭੂ ਦੀ ਵਡਿਆਈ। ਜਿਵੇਂ ਆਪਾਂ ਪੜ੍ਹਦੇ ਹਾਂ ਪਾਤਸ਼ਾਹ ਦੇ ਬਚਨ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਹਰ ਦਿਨ ਰਹਿਣ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ। ਕੀਰਤਨ ਵਿਦਵਾਨਾਂ ਨੇ ਅਰਥ ਕੀਤੇ ਨੇ ਕੀ ਰਤਨ, ਕਿਹੜਾ ਰਤਨ ਹੈ ਜਿਹੜਾ ਇਸ ਕੀਰਤਨ ਦੀ ਬਰਾਬਰਤਾ ਕਰੇ। ਕੋਈ ਦੁਨਿਆਵੀ ਇਹੋ ਜਿਹਾ ਰਤਨ ਨਹੀਂ ਹੈ ਜਿਹੜਾ ਨਾਮ ਰੂਪੀ ਕੀਰਤ ਦੀ ਵਡਿਆਈ ਬਰਾਬਰਤਾ ਕਰ ਸਕੇ।
ਕੋਈ ਵੀ ਰਤਨ ਨਹੀਂ, ਕੋਈ ਖਜ਼ਾਨਾ ਇਹੋ ਜਿਹਾ ਨਹੀਂ ਹੈ। ਦੁਨਿਆਵੀ ਖਜ਼ਾਨਾ ਇੱਕ ਪਾਸੇ, ਸਾਰੀ ਕੁੱਲ ਦੁਨੀਆ ਦਾ ਖਜ਼ਾਨਾ ਕਤਰਾ ਰੱਖਦੀ ਏ, ਇੱਕ ਪਾਸੇ ਪਰਮੇਸ਼ਰ ਦਾ ਨਾਮ, ਤੇ ਨਾਮ ਦੀ ਬਰੋਬਰਤਾ ਨਹੀਂ ਹੋ ਸਕਦੀ ਹੈ। ਵਾਹਿਗੁਰੂ ਦਾ ਨਾਮ ਜਿਹੜਾ ਹੈ ਇੰਨਾ ਵੱਡਾ ਹੈ, ਉਹਦੇ ਬਰੋਬਰ ਸਾਰਾ ਖਜ਼ਾਨਾ ਤੋਲਦੀ ਹੈ, ਫਿਰ ਵੀ ਨਹੀਂ ਤੋਲਿਆ ਜਾ ਸਕਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪੁਰਾਣਾਂ ਨੂੰ ਪੜ੍ਹੋ, ਧਰਮ ਗ੍ਰੰਥ ਪੜ੍ਹੋ। ਕਹਿੰਦੇ ਰੱਬ ਦੀ ਕੀਰਤੀ, ਪ੍ਰਭੂ ਦੀ ਕੀਰਤੀ ਕਰਕੇ ਭਾਈ ਪੁੰਨ ਹੁੰਦਾ ਹੈ, ਪੁੰਨਾਂ ਵਿੱਚ ਵਾਧਾ ਹੁੰਦਾ ਹੈ। ਗੁਰ ਬਚਨ ਕਮਾਣੇ, ਜਦੋਂ ਗੁਰੂ ਦੇ ਬਚਨ ਕਮਾਵਾਂਗੇ ਫਿਰ ਕਹਿੰਦੇ ਅਸਲ ਵਿੱਚ ਸਾਡੇ ਹਿਰਦੇ ਅੰਦਰ ਨਾਮ ਵਸੇਗਾ। ਤੇ ਨਾਨਕ ਹਰ ਭਗਤ ਲਹੀ, ਗੁਰ ਬਚਨ ਨਾਨਕ ਹਰ ਭਗਤ ਲਹੀ। ਜਿਨ੍ਹਾਂ ਨੇ ਨਾਨਕ ਗੁਰੂ ਜੀ ਉਚਾਰਨ ਕਰਦੇ ਹਨ, ਕਹਿੰਦੇ ਗੁਰੂ ਦੇ ਬਚਨਾਂ ਨੂੰ ਕਮਾ ਕੇ ਅਸੀਂ ਭਾਈ ਹਰੀ ਦੀ ਭਗਤੀ ਲਹੀ ਇਹ ਪ੍ਰਾਪਤ ਕੀਤੀ ਹੈ। ਮਿਲ ਆਏ ਨਗਰ ਮਹਾਜਨਾ, ਗੁਰ ਸਤਿਗੁਰ ਓਟ ਗਹੀ। ਮਿਲ ਆਏ ਨਗਰ ਮਹਾਜਨਾ, ਜਿੰਨੇ ਵੀ ਨਗਰ ਦੇ ਮਹਾਜਨ, ਜਿੰਨੇ ਵੀ ਲੋਕ ਸਨ, ਉਹ ਸਾਰੇ ਗੁਰੂ ਅਮਰਦਾਸ ਪਾਤਸ਼ਾਹ ਦਾ ਉੱਥੇ ਆਉਣਾ ਸੁਣ ਕੇ ਤੇ ਸਾਰੇ ਇਕੱਠੇ ਹੋ ਕੇ ਆ ਗਏ। ਗੁਰੂ ਅਮਰਦਾਸ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠੇ, ਸਤਿਗੁਰੂ ਨੂੰ ਸਜਦਾ ਕੀਤਾ ਤੇ ਗੁਰੂ ਪਾਤਸ਼ਾਹ ਮਹਾਰਾਜ ਦੀ ਓਟ ਗਹੀ, ਓਟ ਪਕੜਨਾ ਕੀਤੀ। ਸਤਿਗੁਰ ਦੇ ਚਰਨਾਂ ਦੇ ਭੌਰੇ ਬਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ 'ਚ ਇਹ ਲੋਕ ਅਰਦਾਸਾਂ ਕਰ ਰਹੇ, ਬੇਨਤੀਆਂ ਕਰਦੇ ਹਨ ਤੇ ਸਤਿਗੁਰ ਦੇ ਦਰ ਤੋਂ ਫਿਰ ਮਨ ਇੱਛਤ ਫਲ ਜਿਹੜੇ ਨੇ ਇਹਨਾਂ ਜੀਵਾਂ ਨੂੰ ਫਿਰ ਪ੍ਰਾਪਤ ਹੋ ਰਹੇ ਹਨ। ਇਹ ਗੁਰੂ ਸਵਾਰਿਓ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ। ਪਾਵਨ ਸ਼ਬਦ ਦੀ ਅੱਜ ਦੀ ਵਿਚਾਰ